ਬੀਬੀ ਜੀ ਦੇ ਗੋਡੀਆਂ ਹੱਥ ਲਾਏ। ਗੋਡੀਆਂ ਹੱਥ ਲਾ ਕੇ ਤਾਂ ਬੀਬੀ ਜੀ ਨੇ ਮੁਸਕਰਾ ਕੇ ਕਿਹਾ ਕਿ ਸਿੱਧੂ ਤੂੰ ਤਾਂ ਬਹੁਤ ਛੋਟਾ ਹੁੰਦਾ ਸੀ ਜਦੋਂ ਤੈਨੂੰ ਕੁੱਛੜ ਚੁੱਕ ਕੇ ਹੀ ਮੈਂ ਖਿਲਾਇਆ ਹੈਗਾ। ਕਿ ਜਿਸ ਤਰ੍ਹਾਂ ਦਾ ਟੈਂਪੂ ਸਿੱਧੂ ਨੇ ਬਣਾ ਲਿਆ, ਸਿੱਧੂ ਬਾਰੇ ਮੈਂ ਅਕਸਰ ਕਿਹਾ ਕਰਦਾ ਕਿ ਉਹ ਇੱਕ ਬਿਜਲਈ ਇੰਜਨ ਹੈ ਰੇਲ ਦਾ, ਜਿਵੇਂ ਸਟੀਮ ਇੰਜਨ ਨਹੀਂ ਹੈਗਾ ਵੀ ਹੌਲੀ ਹੌਲੀ ਸਪੀਡ ਫੜਦਾ। ਜਿਹੜੀ ਜ਼ਿੰਮੇਵਾਰੀ ਬੀਬੀ ਸੋਨੀਆ ਗਾਂਧੀ ਨੇ ਸਿੱਧੂ ਸਾਹਿਬ ਨੂੰ ਦਿੱਤੀ ਹੈ, ਉਹ ਬਹੁਤ ਉਮੀਦਾਂ ਨਾਲ ਦਿੱਤੀ ਹੈ। ਵਿਰੋਧ ਕਰੋ ਜਿੰਨਾ ਮਰਜ਼ੀ ਕਰੋ, ਤੁਹਾਨੂੰ ਸੰਵਿਧਾਨ ਹੱਕ ਦਿੰਦਾ ਹੈ, ਪਰ ਜਦੋਂ ਕਿਸੇ ਦੇ ਕੰਮ 'ਚ ਜਾ ਕੇ ਖੜਦੂਮ ਪਾਵਾਂਗੇ ਉੱਥੋਂ ਹਿੰਸਾ ਪੈਦਾ ਹੁੰਦੀ ਹੈ। ਹਿੰਸਾ ਨਾਲ ਤਕਰਾਰ ਵੱਧਦਾ ਹੈ, ਤਕਰਾਰ ਨਾਲ ਦੂਰੀਆਂ ਬਣਦੀਆਂ, ਕਿਸੇ ਦੇ ਸੱਟ ਫੇਟ ਲੱਗਦੀ ਹੈ। 2022 ਦੇ ਵਿੱਚ ਜੇ ਕਾਂਗਰਸ ਜਿੱਤ ਪ੍ਰਾਪਤ ਕਰਦੀ ਹੈ ਤਾਂ ਜਿਹੜਾ ਮੁੱਖ ਮੰਤਰੀ ਦਾ ਜੀ ਚਿਹਰਾ ਹੈਗਾ ਉਹ ਵੀ ਨਵਜੋਤ ਸਿੰਘ ਸਿੱਧੂ ਹੀ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਹੈਗਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਵਿਰੋਧ ਕਰਨ ਨੂੰ ਆਖਿਆ, ਹੋਰ ਕਿਸੇ ਬਾਰੇ ਨਹੀਂ ਆਖਿਆ। 26 ਜਨਵਰੀ ਦੀ ਘਟਨਾ ਤੋਂ ਸਬਕ ਸਿੱਖ ਕੇ ਉਹਨਾਂ ਨੇ ਕਹਿਤਾ ਕਿ ਅਸੀਂ ਆਇਡੈਂਟੀਫਾਈਡ ਵਿਅਕਤੀ ਜਾਵਾਂਗੇ 200। ਨਰਿੰਦਰ ਤੋਮਰ ਵਰਗੇ ਬੰਦੇ, ਇਹ ਬੰਦੇ ਰੱਖੇ ਨੇ ਜਿਹੜੇ ਖੇਤੀਬਾੜੀ ਦਾ ਕੁਝ ਸੁਲਝਾਉਣਗੇ। ਖੇਤੀਬਾੜੀ ਦਾ ਇੱਲ ਤੇ ਕੁੱਕੜ ਪਤਾ ਨਹੀਂ ਇਹਨਾਂ ਨੂੰ। ਦੇਖੋ ਮਸਲੇ ਦਾ ਹੱਲ ਤਾਂ ਗੱਲਬਾਤ ਹੀ ਹੈ। ਅੱਜ ਕਰ ਲਓ, ਕੱਲ੍ਹ ਨੂੰ ਕਰ ਲਓ, ਪਰਸੋਂ ਕਰ ਲਓ, ਜਿੰਨਾ ਤਕਰਾਰ ਵਧਾਓਗੇ ਉਹਦੇ ਵਿੱਚ ਨੁਕਸਾਨ ਤੁਹਾਡਾ ਹੀ ਹੋਣਾ ਹੈਗਾ। ਰਾਖੀ ਕਰਨ ਵਾਸਤੇ ਸਿੱਧੇ ਹਿੱਕਾਂ ਦੇ ਵਿੱਚ ਗੋਲੀਆਂ ਖਾ ਸਕਦਾ ਹੈ, ਤੇ ਫਿਰ ਇੱਥੇ ਬੈਠਣਾ ਉਹਨਾਂ ਵਾਸਤੇ ਕੀ ਔਖਾ, ਕੋਈ ਲੰਬਾ ਚੌੜਾ ਨਹੀਂ। ਇਹ ਤਾਂ ਜੇ ਮੋਦੀ ਸਾਹਿਬ ਮੰਨ ਲੈਣ ਜਿੱਥੇ ਚੱਲੂਗੀ ਨਾਲ ਤੇਰੇ, ਕੋਈ ਨਹੀਂ, ਚੱਲ ਤੂੰ ਦੇਖੀ ਜਾਊ। ਜਿੰਨੀਆਂ ਗੱਲਾਂ ਨਰਿੰਦਰ ਮੋਦੀ ਨੇ 14 ਦੇ ਵਿੱਚ ਕੀਤੀਆਂ ਸੀ, ਸਵਾਮੀਨਾਥਨ ਰਿਪੋਰਟ ਜਿਹੜੀ ਸਿੱਧੀ ਕਿਸਾਨਾਂ ਨਾਲ ਸੰਬੰਧਿਤ ਆ, ਲਾਗੂ ਹੋਗੀ। D5 ਦੇਖ ਰਹੇ तमाम ਦਰਸ਼ਕਾਂ ਦਾ ਮੈਂ ਇਮਰਾਨ ਖਾਨ ਸਵਾਗਤ ਕਰਦਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਅਸੀਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਬਣਨ ਤੋਂ ਬਾਅਦ ਕੀ ਐਕਟੀਵਿਟੀ ਰਹੀ ਨੇ ਤੇ ਨਾਲ ਹੀ ਜਿਹੜੇ ਨੇ ਅੱਜ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਇਜਲਾਸ ਚੱਲ ਰਿਹਾ ਪਾਰਲੀਮੈਂਟ ਦੇ ਵਿੱਚ ਕਿਸਾਨੀ ਮੁੱਦੇ ਤੇ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਵੀ ਅਸੀਂ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ। ਚਰਚਾ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ। ਬਹੁਤ ਮਿਹਰਬਾਨੀ, ਸ਼ੁਕਰੀਆ ਇਮਰਾਨ ਜੀ। ਢਿੱਲੋਂ ਸਾਹਿਬ, ਨਵਜੋਤ ਸਿੰਘ ਸਿੱਧੂ ਨੂੰ ਲੰਬੇ ਸਮੇਂ ਤੋਂ ਬਾਅਦ ਪ੍ਰਧਾਨਗੀ ਦਾ ਅਹੁਦਾ ਮਿਲ ਗਿਆ, ਉਸ ਤੋਂ ਬਾਅਦ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਕੀ ਐਕਟੀਵਿਟੀਜ਼ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਹੁਣ? ਦੇਖੋ, ਕੱਲ੍ਹ ਉਹਨਾਂ ਨੇ, ਵੈਸੇ ਤਾਂ ਉਹ ਜਦੋਂ ਉਹਨਾਂ ਦਾ ਐਲਾਨ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੀ ਮੰਜ਼ਿਲ ਵੱਲ ਚਾਲੇ ਪਾਤੇ ਸੀ। ਜਿਵੇਂ ਕਿਹਾ ਨਾ ਕਿ ਇਹ ਰਾਹੀ ਤੂੰ ਰੁਕਣਾ, ਨਿੱਤ ਦੇ ਮੁਸਾਫਰ ਨਿਰਾਸ਼ਾ ਦੇ ਰੀਕ ਢੁਕਦੇ ਨਹੀਂ ਹੁੰਦੇ। ਐ ਸੂਰਜ ਉਹ ਚੰਦਾ ਹਵਾ ਤੇ ਸਿਤਾਰੇ ਸਦਾ ਚੱਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ। ਉਸ ਵਾਂਗੂ ਨਵਜੋਤ ਸਿੰਘ ਸਿੱਧੂ ਜਦੋਂ ਕੱਲ੍ਹ ਪਹਿਲਾਂ ਉਹ ਥਾਂ ਦੇ ਉੱਤੇ ਜਿਹੜੇ ਉਹਨਾਂ ਨਾਲ 4 ਕਾਰਜਕਾਰੀ ਪ੍ਰਧਾਨ ਬਣਾਏ ਨੇ, ਜਿਨ੍ਹਾਂ ਵਿੱਚ ਨਾਗਰਾ ਸਾਹਿਬ, ਕੁਲਜੀਤ ਸਿੰਘ ਨਾਗਰਾ ਫਤਿਹਗੜ੍ਹ ਸਾਹਿਬ ਤੋਂ ਜਿਹੜੇ MLA ਨੇ ਦੂਜੀ ਵਾਰ, ਇਸ ਤੋਂ ਇਲਾਵਾ ਮਿਸਟਰ ਡੈਣੀ, ਸੰਗਤ ਸਿੰਘ ਗਿਲਜੀਆਂ ਤੇ ਪਵਨ ਗੋਇਲ। ਕੱਲ੍ਹ ਜਿਹੜਾ ਮੁੱਖ ਸਮਾਗਮ ਸੀ ਉਹ ਸੀ ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਦੇ ਘਰੇ, ਦੁਪਹਿਰ ਦਾ ਖਾਣਾ ਵੀ ਉੱਥੇ ਸੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਦੇ ਵਿੱਚ 4-5 ਮੰਤਰੀ, 5 ਦੇ ਕਰੀਬ, ਤੇ 30 ਤੋਂ ਵੱਧ ਵਿਧਾਇਕ ਉੱਥੇ ਹਾਜ਼ਰ ਸਨ। ਇਸ ਤੋਂ ਇਲਾਵਾ ਕੁਝ ਹੋਰ ਵਿਧਾਇਕਾਂ ਦੇ ਘਰ ਵੀ ਉਹ ਗਏ, ਸੀਨੀਅਰਾਂ ਦੇ ਘਰੇ ਵੀ ਗਏ, ਆਪਣਾ ਜਿਹੜਾ ਬਰਾਬਰ ਦੇ ਸੀ ਉਹਨਾਂ ਦੇ ਉਹ ਵੀ, ਤੇ ਜਿਹੜੇ ਆਪ ਤੋਂ ਛੋਟੇ ਆ ਉਹਨਾਂ ਨੂੰ ਨਾਲ ਲੈ ਕੇ। ਨਵਜੋਤ ਸਿੱਧੂ ਦੇ ਇਸ ਦੌਰੇ ਦੀ ਇੱਕ ਖੁਸ਼ਕਿਸਮਤੀ ਰਹੀ ਕਿ ਉਹ ਜਿੱਥੇ ਵੀ ਜਾਣ ਉਹਨਾਂ ਨੂੰ ਨਾਲ ਲੈ ਲੈਂਦੇ ਸਨ। ਜੇ ਉਹ ਬੀਬੀ ਰਜੀਆ ਸੁਲਤਾਨਾ ਦੇ ਘਰ ਗਏ ਤਾਂ ਉਹਨਾਂ ਦੇ ਪਤੀ ਮੁਹੰਮਦ ਮੁਸਤਫਾ ਸਾਹਿਬ ਤੇ ਬੀਬੀ ਰਜੀਆ ਸੁਲਤਾਨਾ ਨੂੰ ਵੀ ਉਹਨਾਂ ਨੇ ਨਾਲ ਆਪਣੀ ਗੱਡੀ 'ਚ ਬਿਠਾ ਲਿਆ ਤੇ ਅਗਲੇ ਪੜਾਅ ਵੱਲ ਤੁਰੇ। ਸੁਖਜਿੰਦਰ ਸਿੰਘ ਰੰਧਾਵਾ ਹੋਰੀ ਇਹ ਸਾਰੇ ਪਹਿਲਾਂ ਹੀ ਉਹਨਾਂ ਦੇ ਨਾਲ ਨੇ। ਤੇ ਜਿਹੜਾ ਅਹਿਮ ਗੱਲ ਇਹ ਹੋਈ ਕਿ ਉਹ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਪ੍ਰਧਾਨ ਪ੍ਰਦੇਸ਼ ਕਾਂਗਰਸ ਬੀਬੀ ਰਜਿੰਦਰ ਕੌਰ ਭੱਠਲ ਦੇ ਘਰ ਵੀ ਗਏ। ਬੀਬੀ ਜੀ ਦੇ ਗੋਡੀਆਂ ਹੱਥ ਲਾਏ। ਗੋਡੀਆਂ ਹੱਥ ਲਾ ਕੇ ਤਾਂ ਬੀਬੀ ਜੀ ਨੇ ਮੁਸਕਰਾ ਕੇ ਕਿਹਾ ਕਿ ਸਿੱਧੂ ਤੂੰ ਤਾਂ ਬਹੁਤ ਛੋਟਾ ਹੁੰਦਾ ਸੀ ਜਦੋਂ ਤੈਨੂੰ ਕੁੱਛੜ ਚੁੱਕ ਕੇ ਹੀ ਮੈਂ ਖਿਲਾਇਆ ਹੈਗਾ। ਭਾਵ ਉਹਨਾਂ ਨੇ ਆਪਣੀ ਜਿਹੜਾ ਵੱਡਾ ਹੋਣ ਦਾ, ਸੀਨੀਅਰ ਹੋਣ ਦਾ, ਹੈ ਨਾ, ਬਜ਼ੁਰਗਾਂ ਦੇ ਟਾਈਪ ਹੋਣ ਦਾ ਅਹਿਸਾਸ ਕਰਾਇਆ ਤੇ ਆਸ਼ੀਰਵਾਦ ਵੀ ਦਿੱਤਾ। ਉਹ KP ਸਿੰਘ ਜਿਹੜੇ ਸਾਡੇ ਸਪੀਕਰ ਨੇ, ਰਾਣਾ KP ਸਿੰਘ, ਉਹਨਾਂ ਦੇ ਘਰ ਦੇ ਵਿੱਚ ਵੀ ਗਏ ਨੇ। ਕਈ ਹੋਰ ਵਿਧਾਇਕਾਂ ਦੇ ਘਰ ਦੇ ਵਿੱਚ ਵੀ ਗਏ ਤੇ ਸ਼ਾਮ ਨੂੰ ਪਟਿਆਲੇ ਪਰਤੇ। ਅੱਜ ਫੇਰ ਸਵੇਰੇ ਤੋਂ ਹੀ ਉਹਨਾਂ ਨੇ ਆਪਣਾ ਦੌਰਾ ਆਰੰਭ ਕੀਤਾ। ਜਿਨ੍ਹਾਂ ਆਗੂਆਂ ਦੇ ਘਰੇ ਉਹ ਜਾ ਨਹੀਂ ਸਕੇ ਸੀ ਉਹਨਾਂ ਦੇ ਘਰੇ ਉਹ ਜਾ ਰਹੇ ਨੇ, ਪੜਾਅ ਵਾਈਜ਼ ਪੜਾਅ। ਤਾਂ ਅੱਜ ਉਹ ਸਭ ਤੋਂ ਪਹਿਲਾਂ ਜਦੋਂ
ਚੰਡੀਗੜ੍ਹ ਤੋਂ ਬਾਅਦ ਜਿਹੜਾ ਉਹਨਾਂ ਨੇ ਦੌਰਾ ਕੀਤਾ ਉਹ ਖਟਕੜ ਕਲਾਂ ਦਾ ਕੀਤਾ, ਜਿਹੜਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦਾ ਪਿੰਡ ਹੈ ਜੀ। ਉੱਥੇ ਹੀ ਉਹਨਾਂ ਨੇ ਜਿਹੜਾ ਉਹਨਾਂ ਦਾ ਅਜਾਇਬ ਘਰ ਬਣਿਆ ਹੋਇਆ ਭਗਤ ਸਿੰਘ ਹੋਰਾਂ ਦਾ, ਉਹਦਾ ਦੌਰਾ ਕੀਤਾ। ਉਹਨਾਂ ਉਸ ਵੇਲੇ ਉਹਨਾਂ ਦੇ ਨਾਲ ਬਹੁਤ ਸਾਰੇ MLA ਸਾਹਿਬਾਨ, ਮਿਸਟਰ ਭੁੱਲਰ, ਮਿਸਟਰ GP ਬਸੀ ਪਠਾਣਾ ਵਾਲੇ, ਕਈ ਹੋਰ ਸ਼ਖਸੀਅਤਾਂ ਨਾਲ ਸਨ। ਮਦਨ ਲਾਲ ਜਲਾਲਪੁਰ ਤਾਂ ਜਦੋਂ ਤੋਂ ਉਹਨਾਂ ਦੇ ਘਰ ਗਏ ਨੇ ਨਾਲ ਉਹਨਾਂ ਨੇ ਮੇਰੇ ਖਿਆਲ ਜਿਹੜਾ ਅੱਜ ਕੱਲ੍ਹ ਡੇਰਾ ਵੀ ਰਾਤ ਨੂੰ ਹੀ ਘਰੇ ਪਰਤਦੇ ਨੇ, ਬਾਕੀ ਉਹ ਸਿੱਧੂ ਸਾਹਿਬ ਦੇ ਨਾਲ ਹੀ ਰਹਿੰਦੇ ਨੇ, ਉੱਥੇ ਉਹ ਗਏ। ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਪਹੁੰਚਣਾ ਸੀ। ਰਸਤੇ ਦੇ ਵਿੱਚ ਉਹਨਾਂ ਦਾ ਸਵਾਗਤ ਹੋਇਆ, ਕਿਉਂਕਿ ਭਲਕੇ ਸਿੱਧੂ ਸਾਹਿਬ ਆਪਣੇ ਲਾਮ ਲਸ਼ਕਰ ਦੇ ਨਾਲ ਗੁਰੂ ਨਗਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਹੋਰਨਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉੱਥੋਂ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਣਗੇ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਇਹਨੂੰ ਬਖੂਬੀ ਨਿਭਾਉਣ ਵਾਸਤੇ ਉਹਨਾਂ ਨੂੰ ਆਸ਼ੀਰਵਾਦ ਮਿਲੇ, ਸ਼ਕਤੀ ਮਿਲੇ ਕਿ ਉਹ ਇਹਨੂੰ ਨਿਭਾ ਸਕਣ ਤੇ ਵਧੀਆ ਚਲਾ ਸਕਣ। ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਦੁਰਗਿਆਨਾ ਮੰਦਿਰ ਜਾਣ ਦਾ ਵੀ ਹੈ। ਉਸ ਤੋਂ ਬਾਅਦ ਸਿੱਧੂ ਹੋਰਾਂ ਨੇ ਐਸੇ ਹਫ਼ਤੇ ਦੇ ਵਿੱਚ ਸਮਾਂ ਕੱਢ ਕੇ ਚੰਡੀਗੜ੍ਹ ਕਾਂਗਰਸ ਭਵਨ ਦੇ ਵਿੱਚ ਤਾਜਪੋਸ਼ੀ ਕਰਨੀ ਹੈ। ਕੁਝ ਹੋਰ ਸੀਨੀਅਰ ਆਗੂ ਸੀ ਜਿਵੇਂ ਸਰਦਾਰ ਲਾਲ ਸਿੰਘ ਹੋਏ, ਇਹਨਾਂ ਦੇ ਵੀ ਉਹ ਪਹਿਲਾਂ ਜਾਏ, ਉਹਨਾਂ ਨੂੰ ਮਿਲਿਆ। ਮਹਿੰਦਰ ਸਿੰਘ KP, ਅਵਤਾਰ ਹੈਨਰੀ, ਬੇਅੰਤ ਸਿੰਘ ਪਰਿਵਾਰ, ਕੋਟਲੀ ਸਾਹਿਬ ਤਾਂ ਕੱਲ੍ਹ ਤ੍ਰਿਪਤ ਰਜਿੰਦਰ ਬਾਜਵਾ ਦੀ ਕੋਠੀ 'ਚ ਵੀ ਬੈਠੇ ਸਨ। ਸੋ ਇਹਨਾਂ ਸਾਰਿਆਂ ਆਗੂਆਂ ਨਾਲ ਲੈ ਕੇ ਚੱਲ ਰਹੇ ਨੇ। ਤੇ ਹੁਣ ਦੇਖਦੇ ਹਾਂ ਕਿ ਜਿਸ ਤਰ੍ਹਾਂ ਦਾ ਟੈਂਪੂ ਸਿੱਧੂ ਨੇ ਬਣਾ ਲਿਆ। ਸਿੱਧੂ ਬਾਰੇ ਮੈਂ ਅਕਸਰ ਕਿਹਾ ਕਰਦਾ ਕਿ ਉਹ ਇੱਕ ਬਿਜਲਈ ਇੰਜਨ ਹੈ ਰੇਲ ਦਾ, ਜਿਵੇਂ ਸਟੀਮ ਇੰਜਨ ਨਹੀਂ ਹੈਗਾ ਵੀ ਹੌਲੀ ਹੌਲੀ ਸਪੀਡ ਫੜਦਾ। ਜਦੋਂ ਸਪੀਡ ਫੜ ਲਈ ਤੇ ਫਿਰ ਜਿਵੇਂ ਚੜੂਨੀ ਸਾਹਿਬ ਕਹਿੰਦੇ ਹੁੰਦੇ ਸੀ ਨਾ ਹਰਿਆਣੇ ਵਾਲੇ, ਜਾਂ ਤਾਂ ਜਾਗਦੇ ਨਹੀਂ, ਜੇ ਜਾਗ ਪੈਣ ਫਿਰ ਪਿੱਛੇ ਨਹੀਂ ਹਟਦੇ। ਸੋ ਜਿਹੜੀ ਜ਼ਿੰਮੇਵਾਰੀ ਬੀਬੀ ਸੋਨੀਆ ਗਾਂਧੀ ਨੇ ਸਿੱਧੂ ਸਾਹਿਬ ਨੂੰ ਦਿੱਤੀ ਹੈ ਉਹ ਬਹੁਤ ਉਮੀਦਾਂ ਨਾਲ ਦਿੱਤੀ ਹੈ ਤੇ ਉਮੀਦ ਹੈ ਕਿ ਸਾਰੇ, ਹਾਲਾਂਕਿ ਕਠਿਨ ਕੰਮ ਬਹੁਤ ਹੈ। ਜਿਹੜੀਆਂ ਗੱਲਾਂ ਦੇ ਬਾਰੇ ਸਿੱਧੂ ਸਾਹਿਬ ਬੋਲਦੇ ਨੇ ਉਹਦੇ ਵਿੱਚ ਬਹੁਤ ਸਾਰੇ MLA ਮੰਤਰੀ ਵੀ ਸ਼ਾਮਲ ਨੇ। ਉਹਨਾਂ ਨੂੰ ਕਿਵੇਂ ਪਾਸੇ ਕਰਕੇ ਇਹ ਮਾਮਲੇ ਦੇ ਵਿੱਚ ਜੁੜਨਾ ਹੈ, ਇਹ ਬਹੁਤ ਵੱਡੀ ਚੁਣੌਤੀ ਹੈ। ਪਰ ਉਮੀਦ ਹੈ ਜਿਵੇਂ ਬੀਬੀ ਸੋਨੀਆ ਗਾਂਧੀ ਨੇ ਵੱਖ-ਵੱਖ MLA ਸਾਹਿਬਾਨ ਨੂੰ ਤੇ ਮੰਤਰੀਆਂ ਨੂੰ ਫੋਨ ਕਰਕੇ ਵੀ ਆਖਿਆ ਕਿ ਹੁਣ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦਿੱਤੀ ਹੈ, ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤਕੜੇ ਹੋ ਕੇ ਉਹਦੇ ਨਾਲ ਲੱਗੋ ਔਰ 2022 ਦੀਆਂ ਜਿਹੜੀਆਂ ਚੋਣਾਂ ਨੇ, 2022 ਦੀ ਜਿਹੜੀ ਜੰਗ ਹੈ ਉਹਦੇ ਵਿੱਚ ਸਫਲਤਾਪੂਰਵਕ ਜਿੱਤ ਪ੍ਰਾਪਤ ਕਰਕੇ ਆਓ। ਲੋਕਾਂ ਵਿੱਚ ਇਹ ਗੱਲ ਵੀ ਘਰ ਕਰ ਗਈ ਹੈ ਇੱਕ ਤਰ੍ਹਾਂ ਦੇ ਨਾਲ, ਹਾਲਾਂਕਿ ਇਹ ਬਹੁਤ ਪਹਿਲਾਂ ਦਾ ਸਵਾਲ ਹੈ, ਇਹਦਾ ਕੋਈ ਪਤਾ ਨਹੀਂ ਸਿਆਸਤ ਦੇ ਵਿੱਚ ਕੀ ਹੋਣਾ ਹੁੰਦਾ ਕੀ ਨਹੀਂ, ਲੇਕਿਨ ਚਰਚਾ ਇਹ ਚੱਲ ਪਈ ਹੈ ਲੋਕਾਂ ਦੇ ਵਿੱਚ, ਜੋ ਲੋਕਾਂ ਤੋਂ ਸੁਣੀ ਜਾ ਰਹੀ ਹੈ ਕਿ ਜਿਹੜੀ 2022 ਦੇ ਵਿੱਚ ਜੇ ਕਾਂਗਰਸ ਜਿੱਤ ਪ੍ਰਾਪਤ ਕਰਦੀ ਹੈ ਤਾਂ ਜਿਹੜਾ ਮੁੱਖ ਮੰਤਰੀ ਦੀ ਚਿਹਰਾ ਹੈਗਾ ਉਹ ਵੀ ਨਵਜੋਤ ਸਿੰਘ ਸਿੱਧੂ ਹੀ ਹੋਵੇਗਾ। ਜੀ ਢਿੱਲੋਂ ਸਾਹਿਬ, ਜਿਵੇਂ ਨਵਜੋਤ ਸਿੰਘ ਸਿੱਧੂ ਸਰਗਰਮ ਨਜ਼ਰ ਆ ਰਹੇ ਨੇ, ਖਟਕੜ ਕਲਾਂ ਦੇ ਵਿੱਚ ਵੀ ਪਹੁੰਚੇ ਸੀ, ਪਰ ਜਿਵੇਂ ਹੀ ਉਹਨਾਂ ਦਾ ਸਵਾਗਤ ਕਾਂਗਰਸੀ ਵਰਕਰਾਂ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਹੀ ਕਿਸਾਨ ਵੀ ਪਹੁੰਚ ਗਏ। ਕਿਸਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਵੀ ਕੀਤਾ ਗਿਆ। ਦੇਖੋ, ਵਿਰੋਧ ਕਰੋ ਜਿੰਨਾ ਮਰਜ਼ੀ ਕਰੋ, ਤੁਹਾਡਾ ਸੰਵਿਧਾਨਕ ਹੱਕ ਹੈ। ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਹੈਗਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਵਿਰੋਧ ਕਰਨ ਨੂੰ ਆਖਿਆ, ਹੋਰ ਕਿਸੇ ਬਾਰੇ ਨਹੀਂ ਆਖਿਆ। ਵਿਰੋਧ ਕਰੋ ਜਿੰਨਾ ਮਰਜ਼ੀ ਕਰੋ, ਤੁਹਾਨੂੰ ਸੰਵਿਧਾਨ ਹੱਕ ਦਿੰਦਾ ਹੈ। ਪਰ ਜਦੋਂ ਕਿਸੇ ਦੇ ਕੰਮ 'ਚ ਜਾ ਕੇ ਖੜਦੂਮ ਪਾਵਾਂਗੇ ਉੱਥੋਂ ਹਿੰਸਾ ਪੈਦਾ ਹੁੰਦੀ ਹੈ, ਹਿੰਸਾ ਨਾਲ ਤਕਰਾਰ ਵੱਧਦਾ ਹੈ, ਤਕਰਾਰ ਨਾਲ ਦੂਰੀਆਂ ਬਣਦੀਆਂ, ਕਿਸੇ ਦੇ ਸੱਟ ਫੇਟ ਲੱਗਦੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਵਿਆਹ ਦੇ ਵਿੱਚ ਵੀ ਦਾ ਲੇਖਾ ਪਾਉਣਾ ਇਹ ਕੋਈ ਚੰਗੀ ਸਿਆਣਪ ਨਹੀਂ ਹੁੰਦੀ। ਤੁਸੀਂ ਵਿਰੋਧ ਕਰਨਾ ਕਰੋ, ਜਿੰਨਾ ਮਰਜ਼ੀ ਕਰੋ। ਸੋ ਜਿਹੜਾ ਕਿਸੇ ਦੇ ਵਿਆਹ ਦੇ ਵਿੱਚ ਜਾ ਕੇ ਜੇ ਦੂਜੀ ਗੱਲ ਕਰਾਂਗੇ ਕੋਈ ਹੋਰ, ਮੈਂ ਕੋਈ ਪੁੱਠਾ ਸਿੱਧਾ ਸ਼ਬਦ ਨਾ ਕਹਾਂ, ਤਾਂ ਉਦੋਂ ਫਿਰ ਨੁਕਸਾਨ ਹੁੰਦਾ ਹੈ। ਦੇਖੋ, ਤੁਸੀਂ ਜੇ ਤੁਹਾਡੇ ਸਮਾਗਮ ਦੇ ਵਿੱਚ ਕੋਈ ਆਉਂਦਾ ਨਾ ਆਉਣ ਦਿਓ। ਤੁਸੀਂ ਕਿਹਾ ਵੀ ਕਿਸੇ ਸਿਆਸੀ ਆਗੂ ਨੂੰ ਅਸੀਂ ਆਪਣੀ ਸਟੇਜ ਤੇ ਨਹੀਂ ਚੜ੍ਹਨ ਦੇਣਾ, ਪਰ ਜਿਹੜਾ ਸੰਘਰਸ਼ ਅਸੀਂ ਲੜ ਰਹੇ ਹਾਂ ਨਾ ਉਹਦੇ ਵਿੱਚ ਭੂਮਿਕਾ ਸਾਰਿਆਂ ਦੀ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਕਹੋ ਨਾ ਚੜਾਓ ਸਟੇਜ ਤੇ, ਲੇਕਿਨ ਉਹਨਾਂ ਨੂੰ ਮੌਕਾ ਦਿਓ ਵੀ ਆਪੋ ਆਪਣੇ ਤਰੀਕੇ ਦੇ ਨਾਲ ਉਹ ਇਹਨਾਂ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ, ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨ। ਇਹ ਇੱਕ ਆਪਣੇ ਆਪ ਦੇ ਵਿੱਚ ਹੈ। ਸੋ ਕਿਸੇ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਢਾਹ ਡਾਉਣੀ
ਇਹ ਕੋਈ ਵਧੀਆ ਗੱਲ ਨਹੀਂ। ਵਿਰੋਧ ਤੁਸੀਂ ਜਿੰਨਾ ਮਰਜ਼ੀ ਕਰੋ, ਕਾਲੀਆਂ ਝੰਡੀਆਂ ਨਾਲ ਕਰੋ, ਜੋ ਸੰਵਿਧਾਨਕ ਸਾਨੂੰ ਆਗਿਆ ਦਿੰਦਾ ਉਹ ਕਰਨਾ ਚਾਹੀਦਾ ਹੈ। ਇਹ ਕਿਹੜੀ ਜਥੇਬੰਦੀ ਸੀ ਮੈਨੂੰ ਇਹਦੇ ਬਾਰੇ ਅਜੇ ਪਤਾ ਤਾਂ ਪੂਰਾ ਤਾਂ ਨਹੀਂ ਪਤਾ ਹੈਗਾ ਵੀ ਕੌਣ ਸੀਗੇ, ਤੇ ਉਹਨਾਂ ਦਾ ਵਿਰੋਧ ਕਰਨਾ ਹੱਕ ਬਣਦਾ। ਅਸੀਂ ਇਸ ਗੱਲ ਦੇ ਵਿੱਚ ਨਹੀਂ ਕਹਿੰਦੇ ਕਿ ਉਹਨਾਂ ਨੇ ਵਿਰੋਧ ਕਿਉਂ ਕੀਤਾ ਗਾ, ਪਰ ਵਿਰੋਧ ਨੂੰ ਸੰਵਿਧਾਨਕ ਦਾਇਰੇ ਤੇ ਸ਼ਾਂਤੀਪੂਰਵਕ ਨਾਲ ਕਰਨਾ ਚਾਹੀਦਾ, ਤਕਰਾਰਬਾਜ਼ੀ 'ਚ ਨਹੀਂ ਪੈਣਾ ਚਾਹੀਦਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਮੈਂ ਬਾਰ-ਬਾਰ ਸੁਣਿਆ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸੇ ਦੂਜੇ ਦਾ ਵਿਰੋਧ ਕਰਨ ਵਾਸਤੇ ਹਲੇ ਆਖਿਆ ਨਹੀਂ। ਪਿੰਡ ਵਾਲਿਆਂ ਨੇ ਆਪਣੇ ਪੱਧਰ ਦੇ ਉੱਤੇ ਪਿੰਡਾਂ ਤੋਂ ਬਾਹਰ ਬੋਰਡ ਲਾਤੇ ਨੇ ਕਿ ਕੋਈ ਰਾਜਸੀ ਵਿਅਕਤੀ ਸਾਡੇ ਪਿੰਡ ਦੇ ਵਿੱਚ ਦਾਖਲ ਨਾ ਹੋਵੇ। ਇਹ ਪਿੰਡ ਦਾ ਆਪਣਾ ਫੈਸਲਾ ਹੈਗਾ। ਇਹ ਰਾਜਸੀ ਆਗੂਆਂ ਨੇ ਦੇਖਣਾ ਕਿ ਉਸ ਫੈਸਲੇ ਨੂੰ ਉਹ ਕਿਸ ਤਰੀਕੇ ਦੇ ਨਾਲ ਵਿਚਰਦੇ ਨੇ। ਅਜੇ ਉਹ ਬੰਦੇ ਨੂੰ ਪ੍ਰਧਾਨਗੀ ਮਿਲੀ ਹੈ, ਮੈਦਾਨ 'ਚ ਆਇਆ ਹੈ, ਕੱਲ੍ਹ ਨੂੰ ਕੀ ਪਤਾ ਉਹ ਕਿਹੜਾ ਬਿਆਨ ਦਿੰਦਾ। ਹਾਲ ਤੱਕ ਤਾਂ ਉਹਨੇ ਕੋਈ ਸਿਆਸੀ ਬਿਆਨ ਦਿੱਤਾ ਹੀ ਨਹੀਂ। ਜੇ ਤੁਹਾਡੇ ਹੱਕ ਦੇ ਵਿੱਚ ਉਹਨੇ ਕਹਿਤਾ ਕਿ ਚਲੋ ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਫਿਰ ਕੀ ਕਰੋਗੇ? ਸੋ ਸਾਨੂੰ ਕੁਝ ਦਾਇਰੇ ਰੱਖਣੇ ਚਾਹੀਦੇ ਹੈ, ਉਹ ਦਾਇਰਿਆਂ ਦੇ ਵਿੱਚ ਰਹਿ ਕੇ ਹੀ ਸਿਮਟਣਾ ਚਾਹੀਦਾ। ਇਹ ਨਾ ਹੋਵੇ ਅਸੀਂ ਇਸ ਤਰ੍ਹਾਂ ਦਾ ਵਿਰੋਧ ਕਰ ਲਈਏ ਜਦੋਂ ਦੁਬਾਰਾ ਮਿਲ ਗਏ ਤੇ ਅੱਖਾਂ ਸ਼ਰਮਾਉਣ। ਮਤਲਬ ਜੇ ਵਿਰੋਧ ਕਰਨਾ, ਮੈਂ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦਾ ਕਿ ਵਿਰੋਧ ਦਾ ਵੀ ਇੱਕ ਦਾਇਰਾ ਮਿੱਥ ਦੇਣ ਕਿ ਅਸੀਂ ਜੇ ਕਰਨਾ ਕਿੱਥੋਂ ਤੱਕ ਵਿਰੋਧ ਕਰਨਾ। ਹੱਥਾਪਾਈ ਵਾਲਾ ਜਿਹੜਾ ਮਾਮਲਾ ਹੈ, ਉਹਨੂੰ ਹਿੰਸਕ ਰੂਪ ਧਾਰਨ ਕਰਨ ਵਾਲਾ ਜਿਹੜਾ ਮਾਮਲਾ ਇਹ ਨਹੀਂ ਹੋਣਾ। ਜੀ ਢਿੱਲੋਂ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਲੋੜ ਆ ਕਿ ਜੇਕਰ ਅਜਿਹਾ ਕੋਈ ਵਿਰੋਧ ਕਰਦਾ ਕਿ ਭਾਜਪਾ ਲੀਡਰ ਦੀ ਜਗ੍ਹਾ ਕਿਸੇ ਹੋਰ ਸਿਆਸੀ ਲੀਡਰ ਦਾ ਵਿਰੋਧ ਕਰਦਾ ਤਾਂ ਉਸ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ? ਕਿਉਂਕਿ ਜਦੋਂ ਕੋਈ ਅਜਿਹਾ ਬਿਆਨ ਦਿੰਦਾ, ਜਿਵੇਂ ਝੜੂਨੀ ਸਾਹਿਬ ਨੇ ਬਿਆਨ ਦਿੱਤਾ ਸੀ, ਉਸ ਦੇ ਖਿਲਾਫ ਤਾਂ ਐਕਸ਼ਨ ਲੈ ਲਿਆ, ਪਰ ਅਜਿਹੀਆਂ ਜਥੇਬੰਦੀਆਂ ਦੇ ਖਿਲਾਫ ਵੀ ਐਕਸ਼ਨ ਬਣਦਾ। ਮੇਰਾ ਖਿਆਲ ਹੈ ਜੀ, ਪਹਿਲਾਂ ਇਹਦਾ ਇੱਕ ਦਾਇਰਾ, ਇਸ ਕਾਨੂੰਨ ਇੱਕ ਨਿਯਮਾਂ ਵਾਲੀ ਤੈਅ ਕਰ ਦੇਣੀ ਚਾਹੀਦੀ ਹੈ। ਉਹ ਨਿਯਮਾਂ ਵਾਲੀ ਸਾਰਿਆਂ ਤੱਕ ਪਹੁੰਚਾ ਦੇਣੀ ਚਾਹੀਦੀ ਹੈ। ਜੇ 32 ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ, ਤਾਂ ਉਹਨਾਂ ਦੇ ਜਿਹੜੇ ਕਾਰਕੁਨ ਨੇ ਉਹ ਹੇਠਲੇ ਪੱਧਰ ਤੱਕ ਆਪਣੇ ਕਾਰਕੁਨਾਂ ਨੂੰ ਇਹ ਪਹੁੰਚਾ ਦੇਣ। ਕਿਤੇ ਇਹ ਨਾ ਹੋਵੇ, ਮੈਨੂੰ ਇਉਂ ਲੱਗਦਾ ਕਿ ਇਸ ਕਿਸਾਨ ਮੋਰਚੇ ਨੂੰ ਫੇਲ ਕਰਨ ਵਾਸਤੇ, ਜਿਵੇਂ ਚੰਡੀਗੜ੍ਹ ਵਾਲੇ ਕਿਸਾਨ ਮੋਰਚੇ ਦੇ ਵਿੱਚ ਉਹਨਾਂ ਨੇ ਉਹ ਲਿਆਂਦੀਆਂ ਨੇ ਤਸਵੀਰਾਂ ਕੱਢ ਕੇ ਕਿ ਇਹ ਆਗੂ ਤਾਂ ਸਾਡੇ ਨਹੀਂ, ਸਰਕਾਰਾਂ ਤੁਹਾਡੇ ਵਿੱਚ ਏਜੰਸੀਆਂ ਰਾਹੀਂ ਬੰਦੇ ਭੇਜਣਾ ਚਾਹੁੰਦੀਆਂ ਨੇ, ਤੁਹਾਡੇ ਮੋਰਚੇ ਨੂੰ ਫੇਲ ਕਰਨ ਤੇ ਡਟੀਆਂ ਹੋਈਆਂ ਨੇ, ਤੁਸੀਂ ਪਛਾਣ ਕਿਵੇਂ ਕਰੋਗੇ? ਸੋ ਤੁਹਾਡੇ ਰਾਹੀਂ ਘੁਸਪੈਠ ਕਰਾ ਕੇ ਇਸ ਮੋਰਚੇ ਦੇ ਪੈਰ ਉਖੇੜਨ ਵਾਸਤੇ ਕੇਂਦਰ ਸਰਕਾਰ ਪੈਰ ਪੈਰ ਤੇ ਲੱਗੀ ਹੋਈ ਹੈ। ਜੇ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ, ਫਿਰ ਇਹ ਕਾਨੂੰਨ ਰੱਦ ਨਹੀਂ ਹੋਣੇ। ਕਿਸਾਨ ਆਗੂ ਬਾਰ-ਬਾਰ ਕਹਿੰਦੇ ਨੇ ਕਿ ਅਸੀਂ ਸ਼ਾਂਤੀ ਰੱਖਣੀ ਹੈ, ਸ਼ਾਂਤੀਪੂਰਵਕ ਵਿਰੋਧ ਕਰਨਾ, ਸ਼ਾਂਤੀ ਨਾਲ ਚੱਲਣਾ ਹੈ। 26 ਜਨਵਰੀ ਦੀ ਘਟਨਾ ਤੋਂ ਸਬਕ ਸਿੱਖ ਕੇ ਉਹਨਾਂ ਨੇ ਕਹਿਤਾ ਕਿ ਅਸੀਂ ਆਇਡੈਂਟੀਫਾਈਡ ਵਿਅਕਤੀ ਜਾਵਾਂਗੇ 200, ਉਹ ਬਕਾਇਦਾ ਆਇਡੈਂਟੀ ਕਾਰਡ ਹੋਣਗੇ, ਉਹਦੇ ਉੱਤੇ ਜਿਹੜੀ ਜਥੇਬੰਦੀ ਦਾ ਉਹ ਬੰਦਾ ਇੱਕ ਉਹਦੇ ਪ੍ਰਧਾਨ ਦੇ ਤੇ ਸੰਯੁਕਤ ਮੋਰਚੇ ਵੱਲੋਂ ਸਰਦਾਰ ਬਲਵੀਰ ਸਿੰਘ ਰਾਜੇਵਾਲ ਦੇ ਸਾਈਨ ਹੋਣਗੇ, ਉਹ ਸ਼ਨਾਖਤੀ ਕਾਰਡ ਬਣੇਗਾ। ਦਿੱਲੀ ਪੁਲਿਸ ਨਾਲ ਉਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ, ਅਜੇ ਤੱਕ ਆਗਿਆ ਨਹੀਂ ਮਿਲੀ। ਉਹਨਾਂ ਨੇ ਕਿਹਾ ਵੀ ਬੰਦੇ ਘਟਾ ਲਓ, ਫਿਰ ਇਹਨਾਂ ਨੇ ਕਹਿਤਾ ਟਕੈਤ ਸਾਹਿਬ ਨੇ ਵੀ ਅਸੀਂ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕਰ ਦਿਆਂਗੇ। ਡਕੈਤ ਸਾਹਿਬ ਨੇ ਤੇ ਹੋਰਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਾਡਾ ਇਹ ਪ੍ਰੋਟੈਸਟ ਸ਼ਾਂਤੀ ਵਾਲਾ ਹੈ, ਸ਼ਾਂਤੀਪੂਰਵਕ ਹੈ, ਸ਼ਾਂਤੀ ਦੇ ਵਿੱਚ ਹੀ ਅਸੀਂ ਚੱਲਾਂਗੇ। ਜੇ ਕਿਤੇ ਸ਼ਾਂਤੀ ਨਾ ਰੱਖੀ ਹੁੰਦੀ ਤਾਂ ਇਹਨਾਂ ਨੇ 26 ਜਨਵਰੀ ਨੂੰ ਆਪਣੀ ਘੁਸਪੈਠ ਰਾਹੀਂ ਤੁਹਾਡਾ ਸਾਰਾ ਕੁਝ ਉਖੇੜਤਾ ਸੀ। ਇਹ ਤਾਂ ਪ੍ਰਮਾਤਮਾ ਆਪ ਵਰਤਦਾ ਹੈ। ਉਹਨੇ ਰਾਕੇਸ਼ ਟਕੈਤ ਰਾਹੀਂ, ਉਹਦੇ ਹੰਝੂਆਂ ਰਾਹੀਂ ਜਿਹੜਾ ਅਪੀਲ ਕੀਤੀ, ਉਸ ਅਪੀਲ ਨੇ ਮੁੜ ਕੇ ਮੋਰਚਾ ਪੈਰਾਂ ਤੇ ਖੜਾ ਕਰ। ਬਿਲਕੁਲ ਢਿੱਲੋਂ ਸਾਹਿਬ, ਆਪਾਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਤਾਂ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ, ਦਿੱਲੀ ਦੀਆਂ ਬਾਰਡਰਾਂ ਤੇ ਬੈਠੇ ਨੇ। ਇਸ ਸੰਘਰਸ਼ ਦੇ ਦੌਰਾਨ 550 ਦੇ ਲਗਭਗ ਕਰੀਬ ਜਿਹੜੇ ਨੇ ਕਿਸਾਨ ਸ਼ਹੀਦ ਵੀ ਹੋਏ ਨੇ, ਪਰ ਜਿਹੜੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਅੱਜ ਫਿਰ ਤੋਂ ਬਿਆਨ ਆਇਆ, ਉਹ ਕਹਿ ਰਹੇ ਨੇ ਕਿ ਸਾਡੇ ਕੋਲ ਕੋਈ ਸ਼ਹੀਦ ਕਿਸਾਨਾਂ ਦਾ ਰਿਕਾਰਡ ਹੀ ਨਹੀਂ ਹੈ। ਦੇਖੋ, ਜਿਹੜੇ ਇਹ ਤੋਮਰ ਵਰਗੇ ਬੰਦੇ ਰੱਖੇ ਪਿਆ ਨਾ, ਇਹਨਾਂ ਦੀਆਂ ਗਿੱਠ ਦੀਆਂ ਜ਼ਬਾਨਾਂ ਨੇ, ਜਦੋਂ ਬੋਲਦੇ ਆ ਅੱਗ ਉਗਲਦੇ ਆ। ਇਹਨਾਂ ਨੂੰ ਕੁਝ ਥੋੜ੍ਹਾ ਬਹੁਤਾ ਠਰਮੇ ਤੋਂ ਕੰਮ ਲੈਣਾ ਚਾਹੀਦਾ, ਸਮਝ ਕਰਨੀ ਚਾਹੀਦੀ ਹੈ। ਤੁਸੀਂ ਕੋਈ ਤਾਨਾਸ਼ਾਹ ਨਹੀਂ ਹੈ। ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਅੱਜ ਭਗਵੰਤ ਮਾਨ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਵੀ ਇਹਨਾਂ ਦੇ ਵਿੱਚ ਬਹੁਤ ਸਾਰੇ ਵਾਇਸਰਾਇਆਂ ਦੀ ਜਿਹੜੀ ਰੂਹ ਹੈ ਉਹ ਪ੍ਰਵੇਸ਼ ਕਰ ਗਈ ਹੈ, ਉਹ ਦਾਖਲ ਹੋ ਗਈ ਹੈ। ਇਸ ਤਰ੍ਹਾਂ ਨਾ ਕਰੋ। ਇਹ ਕਿਸਾਨ ਤੁਹਾਡੇ ਨੇ, ਤੁਹਾਡੇ ਦੇਸ਼ ਦੇ ਵਾਸੀ ਨੇ। ਜੇ ਅੱਜ ਤੁਹਾਨੂੰ ਸੱਤਾ ਪ੍ਰਾਪਤ ਹੋ ਗਈ ਹੈ, ਇਹ ਸੱਤਾ ਸਦਾ ਨਹੀਂ ਰਹਿਣੀ। ਮੁੜ ਕੇ ਜਿਹੜੀ ਪੌੜੀ ਹੈ ਉਹ ਖਿੱਚ ਵੀ ਲਈ ਜਾਂਦੇ ਨੇ। ਜੇ ਲੋਕਾਂ ਨੇ ਤੁਹਾਨੂੰ ਸੱਤਾ 'ਚ ਪਹੁੰਚਾਇਆ ਤਾਂ ਲੋਕ ਥੱਲੇ ਵੀ ਲਾਉਣਾ ਜਾਣਦੇ ਨੇ। ਇਸ ਲਈ ਉਹ ਕੰਮ ਕਰੋ
ਜਿਹੜਾ ਕੀਤਾ ਜਾਵੇ। 8ਵਾਂ ਮਹੀਨਾ 7 ਮਹੀਨੇ ਪੂਰੇ ਹੋਣ ਲੱਗੇ ਨੇ 26 ਤਰੀਕ ਨੂੰ ਉਹਨਾਂ ਨੂੰ। ਅੱਜ 20 ਤਰੀਕ ਆ, ਹਫ਼ਤਾ ਘੱਟ ਰਹਿ ਗਿਆ। ਉਹ ਠੰਡੀਆਂ ਰਾਤਾਂ, ਬਰਸਾਤਾਂ, ਤੱਤੀਆਂ ਲੋਆਂ, ਇਹ ਸਾਰੀਆਂ ਦੇ ਵਿੱਚ ਉੱਥੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ। ਉਹਨਾਂ ਦੇ ਨਾਲ ਗੱਲ ਕਰਨ ਦਾ ਤੁਹਾਡੇ ਕੋਲ ਟਾਈਮ ਨਹੀਂ। ਜਦੋਂ ਉਗਲਣੀ ਆ ਤੁਸੀਂ ਅੱਗ ਉਗਲਣੀ ਆ। ਇਹ ਰਿਕਾਰਡ ਰੱਖਣਾ ਕਿਹਨੇ ਹੈ? ਜੇ ਬੰਦੇ ਜਿਹੜੇ ਇਸ ਕਿਸਾਨ ਮੋਰਚੇ ਦੇ ਵਿੱਚ ਮਰੇ ਨੇ, ਤੁਹਾਨੂੰ ਪਤਾ ਸੀ ਪਾਰਲੀਮੈਂਟ ਦਾ ਸੈਸ਼ਨ ਚੱਲਣਾ, ਤਾਂ ਵੱਖ-ਵੱਖ ਰਾਜਾਂ ਤੋਂ ਉਹਦੀ ਸੂਚੀ ਮੰਗਾ ਲੈਂਦੇ। ਜਿਹੜਾ ਪੰਜਾਬ ਸਰਕਾਰ ਨੇ ਮੁਆਵਜ਼ਾ ਦਿੱਤਾ, ਹਰਿਆਣੇ ਨੇ ਦਿੱਤਾ ਜਾਂ ਯੂਪੀ ਨੇ ਦਿੱਤਾ, ਉਹ ਮੰਗਾ ਲੈਂਦੇ ਉੱਥੋਂ ਸੂਚੀ, ਤੇ ਪਤਾ ਕਰ ਲੈਂਦੇ ਕਿ ਕਿੰਨੇ ਬੰਦੇ ਨੇ ਇਹਨਾਂ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ। ਜੇ ਹੋਰ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਹਫ਼ਤਾ ਪਹਿਲਾਂ ਕਹਿ ਦਿੰਦੇ ਕਿ ਇਹਦੀ ਸੂਚੀ ਸਾਨੂੰ ਜਾਰੀ ਕਰ ਦਿਓ, ਭੇਜ ਦਿਓ। ਸੋ ਨਰਿੰਦਰ ਤੋਮਰ ਵਰਗੇ ਬੰਦੇ, ਇਹ ਬੰਦੇ ਰੱਖੇ ਨੇ ਜਿਹੜੇ ਖੇਤੀਬਾੜੀ ਦਾ ਕੁਝ ਸੁਲਝਾਉਣਗੇ। ਖੇਤੀਬਾੜੀ ਦਾ ਇੱਲ ਤੇ ਕੁੱਕੜ ਪਤਾ ਨਹੀਂ ਇਹਨਾਂ ਨੂੰ। ਇਹ ਬੰਦੇ ਜਦੋਂ ਗਲਤ ਗੱਲ ਕਰਦੇ ਨੇ, ਨਰਿੰਦਰ ਤੋਮਰ ਸਾਹਿਬ ਨੂੰ ਥੋੜ੍ਹਾ ਜਿਹਾ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਕੱਲ੍ਹ ਜਿਵੇਂ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਆਪਦੇ ਭਾਸ਼ਣ ਦੇ ਵਿੱਚ ਕਿ ਹਮਨੇ अनुसूचित जाति वालों को मंत्री बनाया, हमने औरतों को मंत्री बनाया, हमने OBC को मंत्री बनाया। ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਅਨੁਸੂਚਿਤ ਜਾਤੀ ਦਾ ਮੰਤਰੀ ਤਾਂ ਜਿਹੜੀ ਪਹਿਲੀ ਮੰਤਰੀ ਮੰਡਲ ਬਣਿਆ ਸੀ ਹਿੰਦੁਸਤਾਨ ਦਾ, ਉਹਦੇ ਵਿੱਚ ਵੀ ਸੀ। ਕਾਂਗਰਸ ਦੀਆਂ ਸਰਕਾਰਾਂ ਨੇ ਵੀ ਬਣਾਏ, ਵਾਜਪਾਈ ਸਾਹਿਬ ਦੇ ਨਾਲ ਵੀ ਸੀ। ਤੂੰ ਕੋਈ ਨਵਾਂ ਕਿਹੜੀ ਚੀਜ਼ ਬਣਾਈ ਹੈ? ਜੇ ਤੁਸੀਂ ਖਜ਼ਾਨਾ ਮੰਤਰੀ ਔਰਤ ਬਣਾਤੀ ਆ, ਤਾਂ ਕਾਂਗਰਸ ਵੇਲੇ ਪ੍ਰਧਾਨ ਮੰਤਰੀ ਵੀ ਇੱਕ ਔਰਤ ਹੋਇਆ ਕਰਦੀ ਸੀ। ਸੋ ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਹ ਬਾਰ-ਬਾਰ ਜਿਹੜੀਆਂ ਗੱਲਾਂ ਕਰਦੇ ਆ ਉਹ ਗਲਤ ਆ। ਇਹ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਕੋਈ ਸੋਚ ਸਮਝ ਕੇ ਕਿਸੇ ਦਾਇਰੇ 'ਚ ਰਹਿ ਕੇ ਬੋਲਣਾ ਚਾਹੀਦਾ। ਬਿਲਕੁਲ ਢਿੱਲੋਂ ਸਾਹਿਬ, ਜਿਵੇਂ ਕਿਸਾਨ ਕਹਿ ਰਹੇ ਨੇ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣੇ ਨੇ, ਪਰ ਕੇਂਦਰ ਅਜਿਹੀਆਂ ਗੱਲਾਂ ਕਰਕੇ ਕਿਸਾਨਾਂ ਨੂੰ ਹੋਰ ਭੜਕਾਹਟ ਪੈਦਾ ਕਰਨ ਦੇ ਕੰਮ ਕਰ ਰਹੀਆਂ, ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਣਾ ਵੀ ਸੁਭਾਵਿਕ ਆ, ਪਰ ਬਾਅਦ ਦੇ ਵਿੱਚ ਫਿਰ ਕਿਸਾਨਾਂ ਤੇ ਪਰਚੇ ਵੀ ਕਰ ਦਿੱਤੇ ਜਾਂਦੇ ਨੇ। ਦੇਖੋ, ਇੱਕ ਪਾਸੇ ਕਿਹਾ ਜਾਂਦਾ ਕਿ ਦੇਸ਼ ਧਰੋਹ ਹੈ ਜਿਹੜਾ, ਇਹ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੀ ਦੁਰਵਰਤੋਂ ਹੋ ਰਹੀ ਹੈ, ਇਹ ਕਾਨੂੰਨ ਹੋਣਾ ਨਹੀਂ ਚਾਹੀਦਾ ਸੀ। ਇਹ ਕਾਨੂੰਨ ਜਿਹੜੇ ਨੇ ਸਿਰਫ ਤੇ ਸਿਰਫ ਅੰਗਰੇਜ਼ਾਂ ਨੇ ਬਣਾਏ ਸੀ। ਇਹਨਾਂ ਦੀ ਆਜ਼ਾਦੀ ਤੋਂ ਬਾਅਦ ਕੋਈ ਜ਼ਰੂਰਤ ਨਹੀਂ ਸੀ। ਜਦੋਂ ਇਹੋ ਜਿਹੀ ਟਿੱਪਣੀ ਸੁਪਰੀਮ ਕੋਰਟ ਨੂੰ ਕਰਨੀ ਪਵੇ ਤਾਂ ਇਹ ਜਿਹੜੀਆਂ ਰਾਜਸੀ ਪਾਰਟੀਆਂ ਨੇ, ਇਹਨਾਂ ਨੂੰ ਕੁਝ ਸੋਚਣਾ ਚਾਹੀਦਾ ਹੈ, ਦੇਖਣਾ ਚਾਹੀਦਾ ਹੈਗਾ। ਇੱਕ ਪਾਸੇ ਤੁਸੀਂ ਗੱਲ ਕਹਿੰਦੇ ਵੀ ਅਸੀਂ ਗੱਲ ਕਰਨੀ ਹੈ, ਦੂਜੇ ਪਾਸੇ ਮੈਂ ਕਹਿੰਦਾ ਮਨੋਹਰ ਲਾਲ ਖੱਟੜ ਦਾ ਜਿਹੜਾ ਵਿਰੋਧ ਹੋ ਰਿਹਾ ਨਾ, ਖੱਟੜ ਸਾਹਿਬ ਜਿਹੜਾ ਕੰਮ ਇਹਨਾਂ ਨੂੰ ਨਿੰਦਣ ਨੂੰ, ਭੰਡਣ ਨੂੰ ਲਾਉਂਦੇ ਨੇ, ਉਨਾ ਹੀ ਜ਼ੋਰ ਕਿਤੇ ਉਹ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਲਾ ਲੈਣਾ। ਦੇਖੋ, ਮਸਲੇ ਦਾ ਹੱਲ ਤਾਂ ਗੱਲਬਾਤ ਹੀ ਹੈ। ਅੱਜ ਕਰ ਲਓ, ਕੱਲ੍ਹ ਨੂੰ ਕਰ ਲਓ, ਪਰਸੋਂ ਕਰ ਲਓ। ਜਿੰਨਾ ਤਕਰਾਰ ਵਧਾਓਗੇ ਉਹਦੇ ਵਿੱਚ ਨੁਕਸਾਨ ਤੁਹਾਡਾ ਹੀ ਹੋਣਾ ਹੈਗਾ। ਇਸ ਨੁਕਸਾਨ ਵਧਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਨੁਕਸਾਨ ਜਿੰਨਾ ਘੱਟ ਹੋਵੇ ਉਹੀ ਉਹ ਹੁੰਦਾ, ਨੁਕਸਾਨ ਹੋਵੇ ਹੀ ਨਾ। ਇਹ 7 ਮਹੀਨਿਆਂ ਦੇ ਲਗਭਗ ਉੱਥੇ ਬੈਠੇ ਨੇ। ਇਹਨਾਂ ਦੀ ਗੱਲ ਸੁਣੋ, ਦਰਦ ਸੁਣੋ। ਅੱਜ ਕਿਸਾਨੀ ਕਿਉਂ ਮਤਲਬ ਇੰਨੀਆਂ ਤਰਲੇ ਪਾ ਰਹੀ ਹੈਗੀ, ਤੁਸੀਂ ਉਹਨਾਂ ਦਾ ਦਰਦ ਸਮਝਿਆ ਨਹੀਂ। ਸਮਝਣ ਦੀ ਜ਼ਰੂਰਤ ਹੈ। ਜੇ ਤੁਸੀਂ ਨਾ ਸਮਝਿਆ ਤਾਂ ਕੋਈ ਨਹੀਂ, 2024 'ਚ ਕਿਹੜਾ ਬਹੁਤਾ ਸਮਾਂ ਰਹਿ ਗਿਆ, 2 ਸਾਲ ਰਹਿ ਗਏ ਨੇ। ਪਿਛਲਾ ਸਾਲ ਤਾਂ ਐਵੇਂ ਹੀ ਲੰਘ ਜਾਂਦਾ ਹੁੰਦਾ, ਤੇ ਫਿਰ ਲੋਕ ਤੁਹਾਨੂੰ ਦੱਸਣਗੇ ਕੀ ਭਵਿੱਖ ਦੀ। ਢਿੱਲੋਂ ਸਾਹਿਬ ਪਹਿਲਾਂ ਹੀ ਕਹਿ ਦਿੱਤਾ ਕਿ ਅਸੀਂ ਤਾਂ 24 ਤੱਕ ਵੀ ਬੈਠਣ ਨੂੰ ਤਿਆਰ ਹਾਂ। ਹਾਂ, ਪਰ ਇਹ ਕਿਸਾਨ ਨੇ, ਜੇ ਦੇਸ਼ ਦਾ ਅੰਨਦਾਤਾ ਦੇਸ਼ ਦਾ ਢਿੱਡ ਪਾਲ ਸਕਦਾ ਹੈਗਾ, ਆਜ਼ਾਦੀ ਲਈ ਜਾਂ ਹੱਦਾਂ ਤੇ ਰਾਖੀ ਕਰਨ ਵਾਸਤੇ ਸਿੱਧੇ ਹਿੱਕਾਂ ਦੇ ਵਿੱਚ ਗੋਲੀਆਂ ਖਾ ਸਕਦਾ, ਤੇ ਫਿਰ ਇੱਥੇ ਬੈਠਣਾ ਉਹਨਾਂ ਵਾਸਤੇ ਕੀ ਔਖਾ? ਕੋਈ ਲੰਬਾ ਚੌੜਾ ਨਹੀਂ। ਇਹ ਤਾਂ ਜੇ ਮੋਦੀ ਸਾਹਿਬ ਮੰਨ ਲੈਣ, ਜਿੱਥੇ ਚੱਲੂਗੀ ਨਾਲ ਤੇਰੇ, ਕੋਈ ਨਹੀਂ, ਚੱਲ ਤੂੰ ਦੇਖੀ ਜਾਊਗੀ। ਬਿਲਕੁਲ। ਢਿੱਲੋਂ ਸਾਹਿਬ, 2022 ਨੇੜੇ ਆ ਰਿਹਾ, ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਸਾਰੀਆਂ ਪਾਰਟੀਆਂ ਤਿਆਰੀਆਂ ਦੇ ਵਿੱਚ ਲੱਗੀਆਂ ਨੇ। ਉਸ ਦੇ ਉੱਤੇ ਕਿੰਨਾ ਕੁ ਅਸਰ ਪੈਣਾ ਇਹ ਕਿਸਾਨੀ ਮੁੱਦੇ ਦਾ? 2022 ਦੇ ਵਿੱਚ ਜੀ, ਅਜੇ ਤਾਂ ਪਹਿਲਾਂ ਇਹ ਆਪਾਂ ਸੈਸ਼ਨ ਦੇਖੀਏ। ਇੱਕ ਸੈਸ਼ਨ ਉਦੋਂ ਪਹਿਲਾਂ ਹੋਰ ਆ ਜਾਣਾ, ਸਰਦ ਰੁੱਤ ਸੈਸ਼ਨ। ਇਹ ਅਸਰ ਪਵੇਗਾ, 100% ਪਵੇਗਾ। ਇਹ ਤਾਂ ਕਹਿੰਦੇ ਸੀ ਕਿ ਸਾਡਾ ਕੋਈ ਅਸਰ ਪੱਛਮੀ ਬੰਗਾਲ ਤੇ ਵੀ ਨਹੀਂ ਪੈਣਾ। ਪੱਛਮੀ ਬੰਗਾਲ ਦਾ ਟ੍ਰੇਲਰ ਇਹਨਾਂ ਨੇ ਦੇਖ ਲਿਆ, ਯੂਪੀ ਦਾ ਆ ਰਿਹਾ ਹੈ। ਅੱਜ ਭਗਵੰਤ ਮਾਨ ਦੀ ਜਿਹੜੀ ਬੋਲਣ ਵਾਲੀ ਸਪੀਚ ਸੀ, ਉਹ ਕਾਫੀ ਪ੍ਰਭਾਵਸ਼ਾਲੀ ਸੀ। ਉਹਨੇ ਕਿਹਾ ਕਿ ਸਿਰਫ ਹਿੰਦੂ ਮੁਸਲਿਮ ਘੱਟ ਗਿਣਤੀਆਂ ਨੂੰ ਲੜਾਉਣ ਦਾ ਇਹ ਲੋਕ ਯਤਨ ਕਰਦੇ ਨੇ। ਕਦੇ ਇਹਨਾਂ ਨੇ ਭਾਈਚਾਰਕ ਸਾਂਝ ਵਧਾਉਣ ਦੀ ਗੱਲ ਕੀਤੀ ਹੈ, ਕਦੇ ਇਹਨਾਂ ਨੇ ਫਿਰਕਿਆਂ ਨੂੰ ਜੋੜਨ ਦੀ ਗੱਲ ਕੀਤੀ ਹੈ। ਮੈਨੂੰ ਲੱਗਦਾ ਕਿ ਅੱਜ ਸਾਡੇ ਜਿਹੜੇ ਆਜ਼ਾਦੀ ਪ੍ਰਵਾਨੇ ਸੀ, ਜਿਨ੍ਹਾਂ ਨੇ ਦੇਸ਼ ਦੀ ਮਤਲਬ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀਆਂ ਰੂਹਾਂ ਕਰਲਾਉਂਦੀਆਂ ਹੋਣਗੀਆਂ ਕਿ ਆਹ ਮੁਲਕ ਬਣਾਉਣ ਵਾਸਤੇ ਅਸੀਂ ਕੰਮ ਕੀਤਾ ਸੀ। ਅੰਗਰੇਜ਼ਾਂ ਵੇਲੇ ਕੋਈ ਕਾਇਦਾ ਕਾਨੂੰਨ ਤਾਂ ਸੀ ਨਾ, ਮਤਲਬ ਆਮ ਲੋਕਾਂ ਦੇ ਉੱਤੇ ਤਾਂ ਕੋਈ ਇਸ ਤਰ੍ਹਾਂ ਦੀ ਬੰਦਿਸ਼ ਨਹੀਂ ਸੀ। ਆਮ ਲੋਕ ਤਾਂ ਵਧੀਆ ਸਮਾਂ ਬਤੀਤ ਕਰਦੇ ਸਨ। ਲੇਕਿਨ ਇਹ
ਉਸ ਤੋਂ ਬਾਅਦ ਜਿਹੜੇ ਕਾਲੇ ਅੰਗਰੇਜ਼ ਇਸ ਹਿੰਦੁਸਤਾਨ ਨੇ ਪੈਦਾ ਕਰ ਲਏ, ਕਾਲੇ ਅੰਗਰੇਜ਼ਾਂ ਨੇ ਉਸ ਤੋਂ ਵੱਧ ਕਈ ਚੀਜ਼ਾਂ ਉਹਨੇ ਬੜੇ ਉਸ ਨਾਲ ਉਠਾਈਆਂ। ਉਹ ਕਹਿੰਦਾ ਵੀ ਕੀ 15 ਲੱਖ ਰੁਪਈਆ ਆ ਗਿਆ, 2 ਕਰੋੜ ਰੁਜ਼ਗਾਰ ਲੱਗ ਗਿਆ। ਜਿੰਨੀਆਂ ਗੱਲਾਂ ਨਰਿੰਦਰ ਮੋਦੀ ਨੇ 14 ਦੇ ਵਿੱਚ ਕੀਤੀਆਂ ਸੀ, ਸਵਾਮੀਨਾਥਨ ਰਿਪੋਰਟ ਜਿਹੜੀ ਸਿੱਧੀ ਕਿਸਾਨਾਂ ਨਾਲ ਸੰਬੰਧਿਤ ਆ, ਲਾਗੂ ਹੋ ਗਈ। ਮਤਲਬ ਉਹ ਥੋਤੋਂ ਹੁੰਦਾ ਨਹੀਂ, ਮੂੰਹ ਪਾੜ ਕੇ ਤੁਸੀਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਇਹ ਕੋਈ ਬਹੁਤਾ ਵਧੀਆ ਨਹੀਂ ਹੈ। ਇਸ ਕਰਕੇ ਜਿਹੜਾ ਇਹ ਸਰਕਾਰ ਵਾਲੇ ਨੇ, ਇਹਨਾਂ ਨੂੰ ਕੋਈ ਮਾੜਾ ਮੋਟਾ ਠੰਡੇ ਮਤ ਨਾਲ ਸੋਚਣਾ ਚਾਹੀਦਾ। ਮਸਲੇ ਹਮੇਸ਼ਾ ਗੱਲਾਂ ਬਾਤਾਂ ਰਾਹੀਂ ਹੀ ਹੱਲ ਹੁੰਦੇ ਨੇ। ਬਿਲਕੁਲ ਢਿੱਲੋਂ ਸਾਹਿਬ, ਜਿਵੇਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਰ ਇੱਕ ਜਥੇਬੰਦੀ ਦੇ ਜਿਹੜੇ 5 ਮੈਂਬਰ ਜਾਣਗੇ, ਇੱਕ ਲੀਡਰ ਜਾਏਗਾ, ਤੇ 200 ਬੰਦੇ ਜਿਹੜੇ ਨੇ ਉਹਨਾਂ ਦੇ ਹਰ ਰੋਜ਼ ਉੱਥੇ ਪਾਰਲੀਮੈਂਟ ਜਾਣਗੇ। ਤੇ ਇਸ ਦੌਰਾਨ ਪੁਲਿਸ ਜਿਹੜੀ ਆ ਭਾਵੇਂ ਕਿ ਜਿਹਨਾਂ ਨੂੰ ਆਗਿਆ ਨਹੀਂ ਦਿੱਤੀ ਕਿਸਾਨਾਂ ਨੂੰ, ਕੀ ਲੱਗਦਾ ਕਿ ਮਾਹੌਲ ਪਹਿਲਾਂ ਵਾਂਗ ਤਣਾਅਪੂਰਨ ਹੋ ਸਕਦਾ? 26 ਵਾਲਾ ਇੱਕ ਵਾਰ ਫਿਰ ਤੋਂ ਨਹੀਂ, ਮੇਰਾ ਖਿਆਲ ਉਸ ਤਰ੍ਹਾਂ ਦੀ ਨੌਬਤ ਨਹੀਂ ਆਉਣੀ। ਉਦੋਂ ਤਾਂ ਸੀ ਨਾ ਅਨਲਿਮਟਿਡ ਜੀ, ਇਹ ਤਾਂ 200 ਬੰਦਾ ਹੈ। ਕੱਲ ਹੀ 200 ਨੂੰ ਵੀ ਦਿੱਤੀ, ਕੱਲ ਹੀ ਨਹੀਂ, ਜਦੋਂ ਇਹ ਜਾਣਗੇ ਕਿਤੇ ਨਾ ਕਿਤੇ ਤਾਂ ਰੋਕਣਗੇ, ਵੱਧ ਤੋਂ ਵੱਧ ਉੱਥੇ ਬਹਿ ਜਾਣਗੇ। ਬੈਠਣਾ ਤਾਂ ਉਹੀ 5-4 ਘੰਟੇ ਆ ਨਾ, 5-4 ਘੰਟੇ ਬਹਿ ਕੇ ਮੁੜੇ ਆਉਣਗੇ, ਉਹ ਆਪਣਾ ਸੈਸ਼ਨ ਉੱਥੇ ਚਲਾ ਲੈਣਗੇ। ਇਹ ਵੀ ਟਕੈਤ ਸਾਹਿਬ ਦਾ ਆਇਆ ਕਿ ਹੋ ਸਕਦਾ ਉਹ ਕਹਿੰਦੇ ਵੀ ਅਸੀਂ ਗ੍ਰਿਫਤਾਰੀਆਂ ਦੇ ਦਈਏ। ਇਹ ਅੱਜ ਕਿਸਾਨ ਮੋਰਚੇ ਦੀ ਕੋਈ ਮੀਟਿੰਗ ਸੀਗੀ, ਇਹਦੇ ਵਿੱਚ ਮੈਨੂੰ ਲੱਗਦਾ ਕੋਈ ਫੈਸਲਾ ਉਹਨਾਂ ਨੇ ਤੈਅ ਕੀਤਾ ਹੋਣਾ। ਜੀ ਜੀ, ਢਿੱਲੋਂ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਕੱਲ ਮਿਲਦੇ ਹਾਂ, ਕੋਈ ਹੋਰ ਮੁੱਦੇ ਤੇ ਚਰਚਾ ਕਰਾਂਗੇ। ਦਿਓ ਇਜਾਜ਼ਤ, ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।